गुरु जी की साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो अपन गुरबाणी गुरु विच सतगुरां ने खेल समझाए भी जो सारा खेल शुरू किया अकाल पुरख परमात्मा वाहिगुरु ने जिन्ना भी बसारा होया सारा वो तो ही होया। निरंकार ने आप ही अपना जिहड़ा सरगन रूप है ये आकार इहदे विच प्रगट होए। सजे पातशाह ताइयों सानू समझाउंदे फरमाउंदे निरंकार आकार है आप ही, बई निरंकार आप ही आकार विच प्रगट होए। उन्हें अपना सरगन रूप तैयार किया। हुण परमात्मा के दो ही रूप ने, तीजा उहदा कोई होर रूप नहीं है। एक रूप है निर्गुण, दूसरा है सरगुण। निर्गुण कहते जो खाली खिलाए धरती तो समान तक इन निर्गुण कहते। सरगुण कहते जिहड़े आकार ने शरीर इनू सरगन रूप कहते। और सानू समझाउंदे भी ये सुन का भी नाम दिता, निर्गुण नूं सुन भी कह दिता। भी सुन दे विचों ही मालक ने अपना जिहड़ा सरगन रूप है ही प्रगट किया। फरमाउंदे ने सरगुण निर्गुण निरंकार सुन समाधि आप, आपन किया नानका पे ही फिर जाप। भी ये मालक ने अपना ही सरगन रूप है जिहड़ा वो तैयार किया। और आपन फिर समझाउंदे भी ये सारा मेरा अपना खेल है। भी मैं हर थां ते मौजूद हाँ,
ਐਸੀ ਕੋਈ ਥਾਂ ਨਹੀਂ ਜਿੱਥੇ ਮੈਂ ਨਾ ਹੋਵਾਂ। ਅਤੇ ਜਿੰਨੇ ਵੀ ਇਹ ਸਰੀਰ ਨੇ, ਇਹਨਾਂ ਨੂੰ ਘੱਟ ਆਖਿਆ ਵੀ ਇਹ ਸਾਰੇ ਮੇਰੇ ਆਪਣੇ ਰਹਿਣ ਵਾਸਤੇ ਘਰ ਬਣਾਏ ਹੋਏ। ਮੈਂ ਸਭਨਾਂ ਦੇ ਅੰਦਰ ਵੀ ਵਸਦਾ ਅਤੇ ਬਾਹਰ ਵੀ ਚਾਰ ਚੁਫੇਰੇ ਮੈਂ ਮੌਜੂਦ। ਸਾਨੂੰ ਇਸ ਲਈ ਸਮਝਾਉਂਦੇ ਸਭ ਘਟ ਮੇਰੇ ਔਰ ਸਭਨਾਂ ਅੰਦਰ। ਮਾਰੇ ਕਹਿੰਦੇ ਵੀ ਜਿੰਨੇ ਵੀ ਘਟ ਸਰੀਰ ਨੇ ਇਹ ਸਾਰੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ। ਜਿੰਨੇ ਵੀ ਘਟ ਸਭਨਾਂ ਦੇ ਵਿੱਚ ਰਾਮ ਵਾਹਿਗੁਰੂ ਬੋਲਤ। ਮਾਰੇ ਫਰਮਾਉਂਦੇ ਸਭੇ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ। ਬਈ ਜਿੰਨੇ ਵੀ ਘਟ ਸਰੀਰ ਸਭਨਾਂ ਦੇ ਅੰਦਰ ਵਾਹਿਗੁਰੂ ਬੋਲਤ, ਸਭਨਾਂ ਦੇ ਅੰਦਰ ਰਾਮ ਬੋਲਤ। ਜਿੰਨੇ ਵੀ ਮਾਲਕ ਨੇ ਸ੍ਰਿਸ਼ਟੀ ਪੈਦਾ ਕੀਤੀ, ਚਾਰ ਖਾਣੀਆਂ ਤੋਂ ਜੀ ਪੈਦਾ ਹੋਏ ਨੇ। ਕੁਝ ਆਂਡਿਆਂ ਤੋਂ, ਕੁਝ ਜੀਰ ਤੋਂ, ਕੁਝ ਪਸੀਨੇ ਤੋਂ, ਸੇਤਜ ਤੋਂ, ਅਤੇ ਕੁਝ ਉਤਪਜ ਤੋਂ। ਹੁਣ ਚਾਰਾਂ ਖਾਣੀਆਂ ਤੋਂ ਇਹ ਜੀਵਾਂ ਨੂੰ ਮਾਲਕ ਨੇ ਪ੍ਰਗਟ ਕਰਕੇ ਸਭਨਾਂ ਦੇ ਅੰਦਰ ਆਪਣੀ ਜੋਤ ਰੱਖੀ, ਸਭਨਾਂ ਦੇ ਅੰਦਰ ਮੌਜੂਦ। ਸਤਿਗੁਰੂ ਫਰਮਾਉਂਦੇ ਅੰਡਜ ਜੀਰਜ ਸੇਤਜ ਉਤਪਜ ਸਭ ਤੇਰੇ ਕੀਤੇ ਜਨਤਾ। ਏਕ ਪਰਬ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹੇ ਰਵੰਤ। ਬਈ ਤੂੰ ਸਭਨਾਂ ਦੇ ਵਿੱਚ ਹੀ ਰਮਿਆ ਹੋਇਆ, ਤੂੰ ਸਭਨਾਂ ਦੇ ਅੰਦਰ ਮੌਜੂਦ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਮੇਰੇ ਇਹ ਦੋ ਰੂਪ ਨੇ। ਨਿਰਗੁਣ ਵੀ ਤੁਹਾਡੇ ਸਾਹਮਣੇ ਹੈ, ਤੁਹਾਨੂੰ ਸਵਾਸ ਦੇ ਰਹੇ। ਸਰਗੁਣ ਵੀ ਤੁਹਾਡੇ ਸਾਹਮਣੇ ਹੈ, ਮੈਂ ਸਭਨਾਂ ਦੇ ਅੰਦਰ ਮੌਜੂਦ। ਇਹ ਜੋ ਅਸੀਂ ਸੰਸਾਰ ਦੇਖਦੇ ਇਹ ਸਾਰਾ ਹਰੀ ਦਾ ਹੀ ਰੂਪ, ਕਿਉਂਕਿ ਮਾਲਕ ਨੇ ਆਪਣਾ ਸਰਗ ਰੂਪ ਬਣਾਏ। ਮਾਰੇ ਤਾਈਓ ਸਾਨੂੰ ਰੋਜ਼ ਫਰਮਾਉਂਦੇ ਇਹ ਨੇਤਰੋ ਮੇਰਿਓ ਇਹ ਵੈ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਵੀ ਇਹ ਜੋ ਵੀ ਅਸੀਂ ਦੇਖਦੇ ਸਭ ਹਰੀ ਦਾ ਹੀ ਰੂਪ, ਪਰਮਾਤਮਾ ਦਾ ਹੀ ਸਰਗਨ ਰੂਪ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਮੇਰੇ ਦੋ ਰੂਪ ਨੇ, ਤੁਸੀਂ ਦੱਸੋ ਮੈਨੂੰ ਕਿਹੜੇ ਰੂਪ 'ਚ ਮਿਲਣਾ ਚਾਹੁੰਦੇ। ਹੁਣ ਜਦੋਂ ਆਪਾਂ ਗੁਰੂ ਘਰ ਆਉਂਦੇ ਹਾਂ ਜਾਂ ਅਸੀਂ ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਬਹੁਤੇ ਜੀਵਾਂ ਦੇ ਮਨ ਦੇ ਵਿੱਚ ਇਹ ਫਿਰ ਤੜਫ ਹੁੰਦੀ ਬਈ ਉਹ ਬੇਨਤੀ ਕਰਦੇ ਵੀ ਪਰਮਾਤਮਾ ਅਸੀਂ ਤੈਨੂੰ ਮਿਲਣਾ ਚਾਹੁੰਦੇ, ਸਾਨੂੰ ਆਪਣੇ ਦਰਸ਼ਨ ਦੇ। ਉਹ ਫਿਰ ਸਾਨੂੰ ਪੁੱਛਦੇ ਵੀ ਮੇਰੇ ਦੋ ਰੂਪ ਨੇ, ਤੁਸੀਂ ਮੇਰੇ ਕਿਹੜੇ ਰੂਪ 'ਚ ਦਰਸ਼ਨ ਕਰਨ। ਹੁਣ ਅਸੀਂ ਜ਼ਿਆਦਾ ਆਦੀ ਹੋ ਗਏ ਹਾਂ ਸਰੀਰਾਂ ਨੂੰ, ਆਕਾਰਾਂ ਨੂੰ ਦੇਖਣ ਦੀ। ਦ੍ਰਿਸ਼ਟ ਮਾਰ ਨੂੰ ਅਸੀਂ ਜ਼ਿਆਦਾ ਦੇਖਦੇ, ਨਿਰਗੁਣ ਜਿਹੜਾ ਨਿਰੰਕਾਰ ਉਹਨੂੰ ਅਸੀਂ ਦੇਖਦੇ। ਫਿਰ ਜਦੋਂ ਸਾਡੀ ਇਹ ਇੱਛਾ ਹੁੰਦੀ ਵੀ ਸਾਨੂੰ ਸਰਗੁਣ ਰੂਪ 'ਚ ਮਿਲਣ, ਫਿਰ ਸਾਨੂੰ ਕਹਿੰਦੇ ਵੀ ਜੇ ਤੁਸੀਂ ਸਰਗੁਣ ਰੂਪ 'ਚ ਮੈਨੂੰ ਮਿਲਣਾ ਚਾਹੁੰਦੇ ਹੋ ਇਹ ਸਾਰਾ ਮੇਰਾ ਹੀ ਰੂਪ। ਜੇ ਤੁਸੀਂ ਸਰਗੁਣ ਰੂਪ 'ਚ ਮੇਰੇ ਦਰਸ਼ਨ ਕਰਨੇ, ਇਹ ਜਿੰਨੇ ਵੀ ਆਕਾਰ ਸਾਰੇ ਮੇਰੇ ਹੀ ਨੇ, ਮੈਂ ਸਭਨਾਂ ਦੇ ਅੰਦਰ ਵਸਦਾ ਅਤੇ ਮੇਰਾ ਸਰਗੁਣ ਰੂਪ। ਜੇ ਤੁਸੀਂ ਮੇਰੇ ਨਿਰਗੁਣ 'ਚ ਦਰਸ਼ਨ ਕਰਨੇ, ਉਹ ਵੀ ਤੁਹਾਡੇ ਸਾਹਮਣੇ ਤੁਹਾਨੂੰ ਸਵਾਸ ਦੇ ਰਹੇ। ਹੁਣ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਹਰ ਇੱਕ ਪੱਖੋਂ ਸਾਡੇ ਮਨ ਨੂੰ ਸਮਝਾਏ।
ਹੁਣ ਜੇ ਇੱਕ ਪਾਸੇ ਤਾਂ ਅਸੀਂ ਬੇਨਤੀਆਂ ਕਰਦੇ ਹਾਂ ਵੀ ਸਾਨੂੰ ਮਿਲ, ਸਾਨੂੰ ਦਰਸ਼ਨ ਦੇ, ਜਦੋਂ ਸਾਡੇ ਸਾਹਮਣੇ ਆਉਂਦਾ ਸਰਗੁਣ ਰੂਪ 'ਚ, ਜੇ ਅਸੀਂ ਉਹਦੇ ਸਰਗੁਣ ਰੂਪ ਦੀ ਨਿੰਦਿਆ ਕਰਦੇ ਹਾਂ, ਉਹਦੇ ਸਰਗੁਣ ਰੂਪ ਦੇ ਨਾਲ ਹੀ ਅਸੀਂ ਵੈਰ ਵਿਰੋਧ ਕਰਦੇ ਹਾਂ, ਈਰਖਾ ਕਰਦੇ ਹਾਂ, ਨਫ਼ਰਤ ਕਰਦੇ, ਫਿਰ ਇਹਨੂੰ ਕਹਿੰਦੇ ਸਾਡੀ ਅਗਿਆਨਤਾ। ਫਿਰ ਇਹਨੂੰ ਕਹਿੰਦੇ ਗੁਰਬਾਣੀ ਗੁਰੂ ਵੀ ਜੋ ਇਹਨਾਂ ਨੂੰ ਸਮਝਾ ਰਹੇ ਇਹਨਾਂ ਨੂੰ ਸਮਝ ਨਹੀਂ ਲੱਗਦੀ, ਵੀ ਜੋ ਇਹਨਾਂ ਨੇ ਗੁਰਬਾਣੀ ਪੜ੍ਹ ਕੇ ਗੁਰੂ ਘਰ ਆ ਕੇ ਸੋਝੀ ਲੈਣੀ ਸੀ ਉਹ ਤਾਂ ਇਹਨਾਂ ਨੇ ਸੋਝੀ ਲਈ ਨਹੀਂ, ਇਹ ਇਹਨਾਂ ਨੂੰ ਸਮਝ ਤਾਂ ਲੱਗੀ ਨਹੀਂ। ਵੀ ਉੱਦਾਂ ਬੇਨਤੀਆਂ ਵੀ ਕਰੀ ਜਾਂਦੇ, ਅਤੇ ਜਦੋਂ ਮੈਂ ਸਰਗੁਣ ਰੂਪ 'ਚ ਸਾਹਮਣੇ ਆਉਣਾ, ਮੇਰੇ ਸਰਗੁਣ ਰੂਪ ਦੇ ਨਾਲ ਹੀ ਵੈਰ ਵਿਰੋਧ ਕਰਦੇ, ਫਿਰ ਮਿਲਣਾ ਕਿਹਨੂੰ ਚਾਹੁੰਦੇ। ਫਿਰ ਸਾਨੂੰ ਕਹਿੰਦੇ ਵੀ ਅਸੀਂ ਪਰਮਾਤਮਾ ਨੂੰ ਮਿਲ ਨਹੀਂ ਸਕਦੇ, ਫਿਰ ਸਾਨੂੰ ਇਹਦੀ ਸਜ਼ਾ ਮਿਲਦੀ। ਸਾਨੂੰ ਜਦੋਂ ਸਮਝਾ ਦਿੱਤਾ ਵੀ ਜਿੰਨੇ ਵੀ ਘੜ ਸਰੀਰ ਸਾਰੇ ਮੇਰੇ, ਜਿਹੜਾ ਮੇਰੇ ਸਰਗੁਣ ਰੂਪ ਦੇ ਨਾਲ ਵੈਰ ਵਿਰੋਧ ਕਰੇਗਾ, ਜਿਹੜਾ ਮੇਰੇ ਸਰਗੁਣ ਰੂਪ ਦੀ ਨਿੰਦਿਆ ਕਰੇਗਾ, ਉਹਦੇ ਨਾਲ ਈਰਖਾ ਨਫ਼ਰਤ ਕਰੇਗਾ, ਉਹਨੂੰ ਸਜ਼ਾ ਮਿਲੇਗੀ। ਔਰ ਜੇ ਅਸੀਂ ਫਿਰ ਵੀ ਕਰਾਂਗੇ ਤੇ ਫਿਰ ਤਾਂ ਸਾਨੂੰ ਸਜ਼ਾ ਮਿਲਣੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੇ ਤੁਸੀਂ ਮਾਲਕ ਨੂੰ ਮਿਲਣਾ ਚਾਹੁੰਦੇ, ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਿਰ ਕਿਸੇ ਨਾਲ ਵੀ ਵੈਰ ਵਿਰੋਧ ਨਾ ਕਰੋ। ਜੇ ਹੁਣ ਅਸੀਂ ਵੈਰ ਵਿਰੋਧ ਕਰਾਂਗੇ ਕਿਹਦੇ ਨਾਲ? ਜਿਹੜਾ ਅੰਦਰ ਵੱਸਦਾ ਉਹਦੇ ਨਾਲ। ਤੇ ਅੰਦਰ ਸਭ ਦੇ ਕੌਣ ਵੱਸਦਾ? ਬ੍ਰਹਮ, ਪਰਮਾਤਮਾ। ਮਹਾਰਾਜ ਤਾਈਓ ਫਰਮਾਉਂਦੇ, ਵਾਹ ਵੈਰ ਵਿਰੋਧ ਨਾ ਕਰੀਏ ਕਾਹੂ, ਘਟ ਘਟ ਅੰਤਰ ਬ੍ਰਹਮ ਸਮਾਹੂ। ਸਾਨੂੰ ਤਾਂ ਕਹਿੰਦੇ ਵੀ ਵੈਰ ਵਿਰੋਧ ਕਿਸੇ ਨਾਲ ਕਰੋ ਨਾ, ਕਿਉਂਕਿ ਸਭਨਾਂ ਘਟਾਂ ਦੇ ਵਿੱਚ ਬ੍ਰਹਮ, ਸਾਰਿਆਂ ਦੇ ਅੰਦਰ ਮਾਲਕ ਬੈਠੇ। ਹੁਣ ਜੇ ਅਸੀਂ ਕਿਸੇ ਨੂੰ ਮਾੜਾ ਕਹਿੰਦੇ ਹਾਂ, ਅਸੀਂ ਸਿੱਧਾ ਹੀ ਉਹਨੂੰ ਕਹਿੰਦੇ ਜਿਹੜਾ ਇਹਦੇ ਅੰਦਰ ਵੱਸਦਾ ਅਤੇ ਅੰਦਰ ਮਾਲਕ ਵੱਸਦਾ। ਸੋ ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਫਿਰ ਸਾਨੂੰ ਸਜ਼ਾ ਮਿਲੇਗੀ, ਸਾਡਾ ਮਨ ਅਸ਼ਾਂਤ ਹੋਏਗਾ, ਦੁਖੀ ਹੋਏਗਾ। ਸੋ ਇਸ ਵਾਸਤੇ 'ਚ ਫਿਰ ਆਪਾਂ ਨੂੰ ਸਤਿਗੁਰਾਂ ਨੇ ਸਮਝਾਇਆ ਵੀ ਜੇ ਤੁਸੀਂ ਆਪਣੇ ਜੀਵਨ ਦਾ ਲਾਹਾ ਖੱਟਣਾ ਚਾਹੁੰਦੇ, ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਫਿਰ ਤੁਸੀਂ ਸਾਰਿਆਂ ਨੂੰ ਮਾਲਕ ਦਾ ਰੂਪ ਜਾਣ ਕੇ ਸਾਰਿਆਂ ਦੇ ਨਾਲ ਪਿਆਰ ਕਰੋ। ਇਹੋ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਫਰਮਾਉਂਦੇ, ਸਾਚ ਕਹੂੰ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਅਸੀਂ ਇਹ ਪ੍ਰੇਮ ਦੀ ਅਵਸਥਾ ਚਾਹਾਂਗੇ, ਫਿਰ ਅਸੀਂ ਮਾਲਕ ਨੂੰ ਮਿਲ ਸਕਦੇ ਹਾਂ, ਨਹੀਂ ਤਾਂ ਅਸੀਂ ਮਿਲ ਨਹੀਂ ਸਕਦੇ। ਔਰ ਇਸ ਵਾਸਤੇ ਜਿੰਨੇ ਵੀ ਇਹ ਲੜਾਈਆਂ ਝਗੜੇ ਦੁਵਿਧਾ ਵੈਰ ਵਿਰੋਧ ਹੋ ਰਹੇ ਹੈ, ਇਹ ਸਭ ਅਸੀਂ ਅਗਿਆਨਤਾ ਵਸ ਹੋ ਕੇ ਕਰਦੇ। ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ, ਗੁਰੂ ਦਾ ਵਚਨ ਨਹੀਂ ਮੰਨਦੇ, ਫਿਰ ਅਸੀਂ ਇਹ ਸਾਰਾ ਕੁਛ ਕਰਦੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਾਨੂੰ ਉਦਾਹਰਨ ਦਿੰਦੇ ਵੀ ਜਿਵੇਂ ਇੱਕ ਹੁੰਦਾ ਵੀ ਚੰਦਨ ਦਾ ਬਿਰਖ, ਜਿਹੜੇ ਉਹਦੇ ਨੇੜੇ ਵੱਸਦੇ ਚੰਦਨ ਦੇ, ਉਹਨਾਂ ਦੇ ਵਿੱਚ ਵੀ ਖੁਸ਼ਬੂ ਪੈਦਾ ਹੋ ਜਾਂਦੀ। ਚੰਦਨ ਦੀ ਜਿਹੜੀ ਸੁਗੰਧੀ ਉਹ ਉਹਨਾਂ ਦੇ ਵਿੱਚ ਵੀ ਪੈਦਾ ਹੋ ਜਾਂਦੀ। ਹੁਣ ਸਾਰੀ ਗੁਰਬਾਣੀ ਗੁਰੂ ਵਿੱਚ ਅੰਮ੍ਰਿਤ ਹੈ, ਸਾਰੀ ਨਾਮ ਦੀ ਮਹਿਮਾ, ਸੱਚ ਦੀ ਮਹਿਮਾ ਵਡਿਆਈ ਕਰਦੀ।
ਹੁਣ ਜੇ ਤਾਂ ਅਸੀਂ ਇਹਨਾਂ ਦਾ ਸੰਗ ਕਰਾਂਗੇ, ਜੋ ਸਾਨੂੰ ਗੁਰੂ ਸਾਹਿਬ ਕਹਿ ਰਹੇ ਇਹਨਾਂ ਦੇ ਅਸੀਂ ਬਚਨ ਮੰਨਾਂਗੇ, ਕਮਾਵਾਂਗੇ, ਸਾਡੇ ਅੰਦਰ ਵੀ ਜਿਹੜੀ ਨਾਮ ਦੀ ਖੁਸ਼ਬੂ, ਉਹ ਸੁਗੰਧੀ ਸਾਡੇ ਅੰਦਰ ਵੀ ਪੈਦਾ ਹੋ ਜਾਣੀ, ਅੰਮ੍ਰਿਤ ਸਾਡੇ ਅੰਦਰ ਪੈਦਾ ਹੋ ਜਾਣਾ। ਮਹਾਰਾਜ ਇਸ ਲਈ ਫਰਮਾਉਂਦੇ, ਕਬੀਰ ਚੰਦਨ ਕਾ ਬਿਰਬਾ ਭਲਾ, ਬੇੜਿਓਂ ਢਾਕ ਪਲਾਸ, ਕੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਜਿਹੜੇ ਚੰਦਨ ਪਾਸ ਵਸਦੇ ਉਹ ਚੰਦਨ ਹੀ ਹੋ ਜਾਂਦੇ। ਹੁਣ ਸਾਰੀ ਗੁਰਬਾਣੀ ਗੁਰੂ 'ਚ ਅੰਮ੍ਰਿਤ ਹੈ। ਜੇ ਅਸੀਂ ਗੁਰਬਾਣੀ ਗੁਰੂ ਦਾ ਕਹਿਣਾ ਮੰਨਾਂਗੇ, ਸਾਡੇ ਅੰਦਰ ਅੰਮ੍ਰਿਤ ਦੀ ਧਾਰ ਬਹਿਣ ਸ਼ੁਰੂ ਹੋ ਜਾਏਗੀ, ਸਾਡੇ ਅੰਦਰ ਅੰਮ੍ਰਿਤ ਚੱਲਣਾ ਸ਼ੁਰੂ ਹੋ ਜਾਏਗਾ, ਸਾਡੇ ਅੰਦਰ ਨਾਮ ਪ੍ਰਗਟ ਹੋ ਜਾਏਗਾ, ਸੱਚ ਪ੍ਰਗਟ ਹੋ ਜਾਏਗਾ। ਹੁਣ ਇੱਕ ਮਹਾਰਾਜ ਕਹਿੰਦੇ ਵੀ ਚੰਦਨ ਦੇ ਨਾਲ ਬਾਂਸ ਹੁੰਦਾ, ਉਹਦੇ ਨੇੜੇ ਹੀ ਵਸਦਾ, ਨੈਗੇਟਿਵ ਰਹਿੰਦਾ, ਪਰ ਉਹਦੇ ਅੰਦਰ ਹੰਕਾਰ ਹੈ। ਹੰਕਾਰ ਕਾਹਦਾ? ਉਹਨੂੰ ਆਪਦੀ ਲੰਬਾਈ ਦਾ, ਵੀ ਮੈਂ ਬਹੁਤ ਲੰਮਾ। ਹੁਣ ਉਹਦੇ ਅੰਦਰ ਹੰਕਾਰ ਹੋਣ ਕਰਕੇ ਉਹਦੇ ਵਿੱਚ ਉਹ ਸੁਗੰਧੀ ਪੈਦਾ ਨਹੀਂ ਹੁੰਦੀ, ਕਿਉਂਕਿ ਉਹਦੇ ਵਿੱਚ ਹਉਮੈ। ਹੁਣ ਇਸੇ ਤਰ੍ਹਾਂ ਹੀ ਜੇ ਸਾਡੇ ਅੰਦਰ ਇਹ ਹੰਕਾਰ ਹੋਏਗਾ, ਜੇ ਸਾਡੇ ਅੰਦਰ ਇਹ ਦੁਬਿਧਾ ਹੋਏਗੀ, ਹਉਮੈ ਹੋਏਗੀ, ਫਿਰ ਅਸੀਂ ਗੁਰੂ ਸਾਹਿਬ ਦੇ ਕੋਲੇ ਰਹਿ ਕੇ ਵੀ ਅਸੀਂ ਲਾਹਾ ਨਹੀਂ ਕੱਢ ਸਕਦੇ। ਸਾਡੇ ਅੰਦਰ ਉਹ ਸੁਗੰਧੀ ਪੈਦਾ ਨਹੀਂ ਹੋਏਗੀ, ਸਾਡੇ ਅੰਦਰ ਉਹ ਅੰਮ੍ਰਿਤ ਜਿਹੜਾ ਹੈ, ਉਹ ਅੰਮ੍ਰਿਤ ਸਾਨੂੰ ਨਹੀਂ ਆਏਗਾ। ਅਸੀਂ ਨਾਮ ਤੱਕ ਨਹੀਂ ਪਹੁੰਚ ਸਕਾਂਗੇ, ਸੱਚ ਸਾਡੇ ਅੰਦਰ ਪ੍ਰਗਟ ਨਹੀਂ ਹੋਏਗੀ, ਕਿਉਂਕਿ ਜਿਨ੍ਹਾਂ ਦੇ ਅੰਦਰ ਹੰਕਾਰ। ਮਹਾਰਾਜ ਇਸ ਲਈ ਫਿਰ ਉਹਦੀ ਸਾਨੂੰ ਉਦਾਹਰਨ ਦੇ ਕੇ ਸਮਝਾਉਂਦੇ, ਫਰਮਾਉਂਦੇ, ਕਬੀਰ ਬਾਂਸ ਵਡਾਈ ਬੁੱਢਿਆ, ਇਉਂ ਮਤ ਡੁੱਬੋ ਕੋਈ, ਚੰਦਨ ਕੇ ਨਿਕਟ ਵਸੇ ਬਾਂਸ ਸੁਗੰਧ ਨਾ ਹੋਈ। ਵੀ ਚੰਦਨ ਦੇ ਨੇੜੇ ਵਸਦਾ, ਪਰ ਬਾਂਸ ਸੁਗੰਧੀ ਕੋਈ ਨਹੀਂ ਪੈਦਾ ਹੁੰਦੀ। ਔਰ ਇਸ ਵਾਸਤੇ ਫਿਰ ਜੇ ਅਸੀਂ ਗੁਰੂ ਦਾ ਬਚਨ ਨਹੀਂ ਮੰਨਾਂਗੇ, ਜੇ ਅਸੀਂ ਨਹੀਂ ਇਹਨਾਂ ਦੇ ਦੱਸੇ ਮਾਰਗ ਦੇ ਉੱਤੇ ਚੱਲਾਂਗੇ, ਸਾਡੇ ਜੀਵਨ ਦੇ ਵਿੱਚ ਆਨੰਦ ਨਹੀਂ ਹੋਏਗਾ, ਸਾਡਾ ਜੀਵਨ ਸੁਖੀ ਨਹੀਂ ਹੋ ਸਕਦਾ। ਫਿਰ ਸਾਡੇ ਮਨ ਨੇ ਦੁਖੀ ਰਹਿਣਾ, ਇਹਨੇ ਅਸ਼ਾਂਤ ਰਹਿਣਾ, ਇਹਨੇ ਦੁਰਮਤ ਦੀ ਅਗਨ 'ਚ ਜਲਦਾ ਰਹਿਣਾ, ਇਹਨੇ ਸੜਦਾ ਰਹਿਣਾ। ਔਰ ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਅਸੀਂ ਸੁਖੀ ਹੋ ਸਕਦੇ ਗੁਰੂ ਦਾ ਬਚਨ ਮੰਨ ਕੇ, ਗੁਰੂ ਦੀ ਦੱਸੀ ਹੋਈ ਕਾਰ ਕਮਾ ਕੇ, ਇਹਨਾਂ ਦਾ ਕਹਿਣਾ ਮੰਨ ਕੇ। ਮਹਾਰਾਜ ਤਾਂਹੀਓ ਫਰਮਾਉਂਦੇ, ਗੁਰ ਕਹੇ ਆਸਾ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਜਿਹੜੀ ਕਾਰੇ ਸਾਨੂੰ ਗੁਰੂ ਕਹਿ ਰਹੇ ਕਰਨ ਨੂੰ, ਤੁਸੀਂ ਉਹ ਕਰੋ। ਸਾਨੂੰ ਕਹਿੰਦੇ ਸਿਮਰਨ ਕਰ, ਨਾਲ ਨਾਲ ਸਿਮਰਨ ਦੇ ਫਿਰ ਇਹ ਆਪਾਂ ਨੂੰ ਬ੍ਰਹਮ ਦਾ ਗਿਆਨ ਦਿੰਦੇ, ਬ੍ਰਹਮ ਦਾ ਭੇਦ ਦਿੰਦੇ। ਵੀ ਜਦੋਂ ਅਸੀਂ ਸਿਮਰਨ ਕਰਾਂਗੇ, ਸਾਡਾ ਮਨ ਸ਼ੁੱਧ ਹੋਏਗਾ, ਧੋਤਾ ਜਾਏਗਾ, ਫਿਰ ਹੀ ਸਾਨੂੰ ਇਹ ਬ੍ਰਹਮ ਦਾ ਗਿਆਨ ਹੋਣਾ, ਫਿਰ ਹੀ ਸਾਨੂੰ ਇਹ ਸੋਝੀ ਹੋਣੀ। ਵੀ ਜਿੰਨੇ ਵੀ ਘਟ ਸਭਨਾਂ ਦੇ ਵਿੱਚ ਹੀ ਬ੍ਰਹਮ ਹੈ, ਇਹ ਸਾਰਾ ਬ੍ਰਹਮ ਤੋਂ ਹੀ, ਪਰਮਾਤਮਾ ਤੋਂ ਹੀ ਪਸਾਰਾ ਹੋਏ। ਅਤੇ ਜੋ ਵੀ ਅਸੀਂ ਦੇਖਦੇ, ਦ੍ਰਿਸ਼ਟੀ ਦੁਆਰਾ ਸਾਨੂੰ ਬ੍ਰਹਮ ਹੀ ਬ੍ਰਹਮ ਨਜ਼ਰ ਆਉਂਦਾ। ਮਹਾਰਾਜ ਫਰਮਾਉਂਦੇ, ਬ੍ਰਹਮੋ ਪਸਾਰਾ, ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਵੀ ਸਾਰੇ ਬ੍ਰਹਮ ਹੀ ਬ੍ਰਹਮ, ਪਰਮਾਤਮਾ ਹੀ ਪਰਮਾਤਮਾ।
ਹੁਣ ਇਹ ਸਾਡੀ ਅਵਸਥਾ ਐਸੀ ਜੇ ਮਨ ਦੀ ਬਣ ਜੇ ਵੀ ਸਾਨੂੰ ਬ੍ਰਹਮ ਬ੍ਰਹਮ ਨਜ਼ਰ ਆਵੇ, ਤੇ ਫਿਰ ਸਾਨੂੰ ਦਰਗਾਹ ਦੇ ਵਿੱਚ ਥਾਂ ਹੈ। ਫਿਰ ਅਸੀਂ ਜਿਉਂਦੇ ਜੀ ਮੁਕਤ। ਜੇ ਹੁਣ ਸਾਡੀ ਇਹ ਅਵਸਥਾ ਬਣ ਜੇ ਵੀ ਅਸੀਂ ਅੰਤਰਗਤ ਹੋ ਕੇ ਉਹ ਸ਼ਬਦ ਗੁਰੂ ਦੀ ਆਰਾਧਨਾ ਕਰੀਏ ਨਾਮ ਦੀ, ਇਹਨਾਂ ਨੇਤਰਾਂ ਦੁਆਰਾ ਅਸੀਂ ਸਤਿਗੁਰੂ ਨੂੰ ਦੇਖੀਏ ਬ੍ਰਹਮਨ, ਇਹਨਾਂ ਸਰਵਣਾਂ ਦੁਆਰਾ ਕੰਨਾਂ ਦੁਆਰਾ ਅਸੀਂ ਮਾਲਕ ਦੀ ਆਵਾਜ਼ ਨੂੰ ਸੁਣੀਏ, ਤੇ ਮੁਖ ਦੁਆਰਾ ਅਸੀਂ ਮਾਲਕ ਦੇ ਗੁਣ ਗਾਈਏ। ਫਿਰ ਸਾਨੂੰ ਕੋਈ ਰੁਕਾਵਟ ਦਰਗਾਹ ਦੇ ਵਿੱਚ ਜਾਣ ਵਾਸਤੇ, ਜੇ ਸਾਡੀ ਹੁਣ ਇਹ ਅਵਸਥਾ ਬਣ ਜੇਗੀ। ਮਾਰੇ ਫਰਮਾਉਂਦੇ ਅੰਤਰ ਗੁਰ ਆਰਾਧਨਾ, ਜੀਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਏ ਛਾਉ। ਸਾਨੂੰ ਦਰਗਾਹ 'ਚ ਠਾਵੇਂ। ਫਿਰ ਸਾਨੂੰ ਕਿਸੇ ਕਿਸਮ ਦੀ ਕੋਈ ਵਿਘਨ, ਕੋਈ ਰੁਕਾਵਟ ਨਹੀਂ ਪਏਗੀ। ਅਸੀਂ ਬੜਾ ਇੱਜ਼ਤ ਪਤ ਸਤਿਕਾਰ ਦੇ ਨਾਲ ਦਰਗਾਹ 'ਚ ਜਾਵਾਂਗੇ ਤੇ ਸਾਨੂੰ ਉੱਥੇ ਥਾਂ ਮਿਲੇਗੀ। ਹੁਣ ਇਹ ਅਵਸਥਾ ਇੱਕ ਜਿਹੜਾ ਗੁਰਸਿੱਖ ਹੈ ਉਹਦੀ ਹੋਣੀ ਚਾਹੀਦੀ। ਹੁਣ ਇਹ ਅਵਸਥਾ ਸਾਡੀ ਕਿਵੇਂ ਬਣੀ, ਉਹ ਫਿਰ ਆਪਾਂ ਨੂੰ ਸਤਿਗੁਰੂ ਭੇਤ ਦਿੰਦੇ ਵੀ ਇਹ ਅਵਸਥਾ ਸਾਡੀ ਜਿਉਂਦੇ ਜੀ ਬਣ ਸਕਦੀ। ਇਹ ਨਹੀਂ ਵੀ ਅਸੀਂ ਆਖੀਏ ਵੀ ਅਸੀਂ ਮਰਨ ਤੋਂ ਬਾਅਦ ਮੁਕਤ ਹੋਵਾਂਗੇ। ਜਿਵੇਂ ਹੁਣ ਸੰਸਾਰ 'ਚ ਜੀਵ ਜਦੋਂ ਆਪਦੀ ਮੱਤ ਦੁਆਰਾ ਚੱਲਦਾ, ਉਹ ਦੁਖੀ ਹੁੰਦਾ, ਫਿਰ ਉਹ ਦੁਖੀ ਹੋਇਆ ਉਹ ਛੁਟਕਾਰਾ ਚਾਹੁੰਦਾ ਵੀ ਇਹਦੋਂ ਤਾਂ ਮੈਨੂੰ ਮੌਤ ਹੀ ਆ ਜੀ, ਤਾਂ ਕਿ ਮੇਰਾ ਛੁਟਕਾਰਾ ਹੋ ਜੇ। ਪਰ ਇਹਦਾ ਛੁਟਕਾਰਾ ਨਹੀਂ ਹੁੰਦਾ। ਜੇ ਜੀਵ ਨੂੰ ਮੌਤ ਆ ਵੀ ਜਾਂਦੀ, ਫਿਰ ਉਹਦਾ ਛੁਟਕਾਰਾ ਨਹੀਂ ਹੁੰਦਾ। ਉਹਨੂੰ ਹੋਰ ਆਕਾਰ 'ਚ ਭੇਜ ਦੇਣਗੇ, ਹੋਰ ਜੂਨ 'ਚ ਭੇਜ ਦੇਣਗੇ। ਫਿਰ ਇਹ ਨਹੀਂ ਪਤਾ ਵੀ ਇਸ ਤੋਂ ਵੱਧ ਅੱਗੇ ਜਾ ਕੇ ਔਖਾ ਹੋ ਜਿਓ, ਕਿਉਂਕਿ ਮਾਨਸ ਜਾਮੇ 'ਚ ਤਾਂ ਸਾਨੂੰ ਸਭ ਤੋਂ ਵੱਧ ਗਿਆਨ, ਸਭ ਤੋਂ ਵੱਧ ਇਹਦੇ ਵਿੱਚ ਸਾਨੂੰ ਸੁੱਖ ਸਹੂਲਤਾਂ। ਹੋਰਾਂ ਜੂਨਾਂ ਦੇ ਵਿੱਚ, ਹੋਰਾਂ ਆਕਾਰਾਂ ਦੇ ਵਿੱਚ ਇੰਨੀਆਂ ਸੁੱਖ ਸਹੂਲਤਾਂ ਨਹੀਂ। ਹੋਰਾਂ ਆਕਾਰਾਂ ਦੇ ਵਿੱਚ ਇੰਨਾ ਗਿਆਨ ਨਹੀਂ, ਇੰਨੀ ਸੋਝੀ ਨਹੀਂ ਹੈ ਕਿਸੇ ਨੂੰ। ਹੁਣ ਇਸ ਵਾਸਤੇ ਸਾਨੂੰ ਕਹਿੰਦੇ ਵੀ ਮਰਨ ਦੇ ਨਾਲ ਕੋਈ ਮੁਕਤ ਨਹੀਂ ਹੁੰਦਾ। ਮਰਨ ਤੋਂ ਬਾਅਦ ਜੇ ਅਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ, ਜੇ ਅਸੀਂ ਜਿਉਂਦੇ ਜੀ ਸੁਖੀ ਨਹੀਂ ਹੋਏ, ਫਿਰ ਅਸੀਂ ਆਖੀਏ ਵੀ ਮਰਨ ਤੋਂ ਬਾਅਦ ਸਾਨੂੰ ਮੁਕਤੀ ਮਿਲ ਜਾਏਗੀ, ਮਰਨ ਤੋਂ ਬਾਅਦ ਅਸੀਂ ਸੁਖੀ ਹੋ ਜਾਵਾਂਗੇ। ਤੇ ਮਹਾਰਾਜ ਕਹਿੰਦੇ ਤੁਸੀਂ ਭਰਮ ਦੇ ਵਿੱਚ ਹੋ। ਫਿਰ ਫਰਮਾਉਂਦੇ ਨੇ ਬੇਣੀ ਕਹੇ ਸੁਨੋਰੇ ਭਗਤੋ ਮਰਨ ਮੁਕਤ ਕਿਨ ਪਾਈ। ਭਗਤ ਬੇਣੀ ਜੀ ਕਹਿੰਦੇ ਵੀ ਮਰਨ ਤੋਂ ਬਾਅਦ ਵੀ ਕੋਈ ਮੁਕਤ ਹੋਇਆ, ਜੇ ਤੁਸੀਂ ਜਿਉਂਦੇ ਜੀ ਮੁਕਤ ਨਹੀਂ ਹੋਏ। ਜੇ ਹੁਣ ਅਸੀਂ ਜਿਉਂਦੇ ਜੀ ਬ੍ਰਹਮ ਦੀ ਪਹਿਚਾਣ ਨਹੀਂ ਕੀਤੀ, ਜਿਉਂਦੇ ਜੀ ਅਸੀਂ ਇਹ ਅਵਸਥਾ ਨਹੀਂ ਬਣਾਈ, ਤੇ ਫਿਰ ਸਾਨੂੰ ਦਰਗਾਹ 'ਚ ਕਿਵੇਂ ਥਾਂ ਮਿਲ ਜਾਏਗੀ। ਹੁਣ ਸਾਨੂੰ ਰੋਜ਼ ਸਤਿਗੁਰੂ ਘਰ ਬੁਲਾਉਂਦੇ, ਉਹ ਆਵਾਜ਼ਾਂ ਮਾਰਦੇ ਵੀ ਘਰੇ ਆ ਜਾਓ, ਘਰੇ ਆ ਜਾਓ। ਹੁਣ ਜੇ ਜੀਵ ਇੱਧਰ ਹਉਮੈ ਹੰਕਾਰ ਦੇ ਵਿੱਚ ਉਹ ਘਰ ਜਾਂਦਾ ਨਹੀਂ, ਉਹ ਮਾਲਕ ਦੀ ਆਵਾਜ਼ ਨੂੰ ਨਹੀਂ ਸੁਣਦਾ, ਫਿਰ ਉਹ ਜਦੋਂ ਦੇਹ ਛੱਡੀ, ਸਮਾਂ ਖਤਮ ਹੋਇਆ ਤੇ ਆਖੇ ਮੈਨੂੰ ਦਰਗਾਹ 'ਚ ਥਾਂ ਦਿਓ ਜੀ, ਫਿਰ ਉਹਨੂੰ ਕਿਵੇਂ ਥਾਂ ਮਿਲੇਗੀ। ਮਹਾਰਾਜ ਫਰਮਾਉਂਦੇ ਮਨ ਮੁਖ ਹੰਕਾਰੀ ਮੈਲ ਨਾ ਜਾਣੀ, ਖੈਨ ਆਗੇ ਖੈਨ ਪੀਛੇ, ਸਦਾ ਬੁਲਾਈਏ ਮਹਿਲ ਨਾ ਆਵੇ, ਕਿਉਂ ਘਰ ਦਰਗਾਹ ਛੀਜੇ। ਬਈ ਇਹਨੂੰ ਹੁਣ ਤਾਂ ਰੋਜ਼ ਬੁਲਾਉਂਦੇ ਹਾਂ, ਹੁਣ ਸਮਾਂ ਹੈਗਾ, ਇਹਨੂੰ ਆਵਾਜ਼ਾਂ ਮਾਰਦੇ ਵੀ ਘਰ ਆ 'ਚ।
ਹੌੜੇ ਘਰ ਜਾਂਦਾ ਨਹੀਂ, ਹੌਣੀ ਸੁਣਦਾ ਨਹੀਂ। ਫਿਰ ਇਹਨੂੰ ਆਖੀਏ ਵੀ ਦਰਗਾਹ 'ਚ ਥਾਂ ਦਿਓ ਜੀ, ਫਿਰ ਇਹਨੂੰ ਥਾਂ ਕਿੱਥੋਂ ਮਿਲੇਗੀ? ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਦਰਗਾਹ ਦੇ ਵਿੱਚ ਥਾਂ ਸਾਨੂੰ ਕਿਸੇ ਦੇ ਕਹਿਣ 'ਤੇ ਨਹੀਂ ਮਿਲਦੀ, ਕਿਸੇ ਦੀ ਸਿਫਾਰਿਸ਼ 'ਤੇ ਨਹੀਂ ਮਿਲਦੀ। ਜੇ ਸਾਡੀ ਇਹ ਅਵਸਥਾ ਹੋ ਜੇ ਤਾਂ ਸਾਨੂੰ ਦਰਗਾਹ ਦੇ ਵਿੱਚ ਜਿਉਂਦੀ ਜੀ ਥਾਂ, ਵੀ ਅਸੀਂ ਸਾਹਮਣੇ ਸਤਿਗੁਰ ਨੂੰ ਦੇਖੀਏ, ਦ੍ਰਿਸ਼ਟੀ ਦੁਆਰਾ, ਨਜ਼ਰਾਂ ਦੁਆਰਾ, ਕੰਨਾਂ ਦੁਆਰਾ ਅਸੀਂ ਮਾਲਕ ਦੀ ਆਵਾਜ਼ ਨਾਦ ਨੂੰ ਸੁਣੀਏ, ਅੰਤਰਗਤ ਅਸੀਂ ਸ਼ਬਦ ਦੀ ਆਰਾਧਨਾ ਕਰੀਏ, ਅਤੇ ਸਾਨੂੰ ਜਿਉਂਦੇ ਜੀ ਦਰਗਾਹ ਦੇ ਵਿੱਚ ਥਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਅਸੀਂ ਇਹ ਗੁਰੂ ਦੀ ਮੱਤ ਦੁਆਰਾ ਆਪਦੇ ਜੀਵਨ ਦਾ ਲਾਹਾ ਕੱਟ ਸਕਦੇ। ਹੌੜੇ ਸਾਨੂੰ ਮੌਕਾ ਮਿਲਿਆ, ਸਾਨੂੰ ਵਾਰੀ ਮਿਲੀ ਪਰਮਾਤਮਾ ਨੂੰ ਮਿਲਣ ਵਾਸਤੇ ਅਤੇ ਆਪਣੇ ਆਪੇ ਦੀ ਪਹਿਚਾਣ ਕਰਨ ਵਾਸਤੇ। ਮਹਾਰਾਜ ਤਾਂਹੀਓ ਸਾਨੂੰ ਰੋਜ਼ ਫਰਮਾਉਂਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ, ਵੀ ਹੁਣ ਵਾਰੀ ਹੈ, ਹੁਣ ਮੌਕਾ ਹੈ। ਹੁਣ ਜਦੋਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਏਗੀ, ਸਾਡੇ ਅਤੇ ਬ੍ਰਹਮ ਦੇ ਵਿੱਚ, ਮਾਲਕ ਦੇ ਵਿੱਚ ਕੋਈ ਫਰਕ ਨਹੀਂ ਰਹਿਣਾ। ਮਹਾਰਾਜ ਫਰਮਾਉਂਦੇ, ਨਾਨਕ ਟਬ ਜੈਸੇ ਅਵਿਨਾਸੀ। ਜਦੋਂ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ ਵੀ ਅਸੀਂ ਜੋਤ ਸਰੂਪ, ਅਸੀਂ ਪ੍ਰਕਾਸ਼ ਰੂਪ, ਇਹ ਜੋ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹ ਵੀ ਜੋਤ ਸਰੂਪ, ਉਹ ਵੀ ਪ੍ਰਕਾਸ਼ ਰੂਪ। ਤਾਈਓ ਸਾਡੇ ਮਨ ਨੂੰ ਸਮਝਾਉਂਦੇ, ਮਹਾਰਾਜ ਫਰਮਾਉਂਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਂ। ਮਨ ਨੂੰ ਕਹਿੰਦੇ ਵੀ ਤੂੰ ਜੋਤ ਸਰੂਪ, ਪ੍ਰਕਾਸ਼ ਰੂਪ ਹੈ, ਤੂੰ ਆਪਣੇ ਮੂਲ ਦੀ ਪਹਿਚਾਣ ਕਰ ਅਤੇ ਆਪਣੇ ਆਪੇ ਦੀ ਪਹਿਚਾਣ ਕਰ। ਪਰਮਾਤਮਾ ਹਰ ਸਮੇਂ ਤੇਰੇ ਅੰਗ ਸੰਗ ਤੇਰੇ ਨਾਲ ਹੈ। ਗੁਰੂ ਦੀ ਮੱਤ ਲੈ ਕੇ ਹੁਣ ਤੂੰ ਇਹ ਰੰਗ ਮਾਣ ਸਕਦਾ, ਆਨੰਦ ਮਾਣ ਸਕਦਾ। ਹੁਣ ਜਦੋਂ ਫਿਰ ਅਸੀਂ ਆਪਣੇ ਆਪੇ ਦੀ ਪਹਿਚਾਣ ਕਰ ਲਾਂਗੇ, ਫਿਰ ਸਾਨੂੰ ਜੋ ਬ੍ਰਹਿਮੰਡ ਦੇ ਵਿੱਚ, ਉਹੀ ਸਾਨੂੰ ਫਿਰ ਇਸ ਪਿੰਡ 'ਚ ਨਜ਼ਰ ਆਉਂਦਾ। ਇਹ ਸਰੀਰ ਨੂੰ ਪਿੰਡਾ ਕਹਿੰਦੇ, ਪਿੰਡ। ਫਿਰ ਸਾਡੇ ਅੰਦਰ ਜੋ ਤੀਰਥ, ਜਿਵੇਂ 68 ਤੀਰਥ ਆਪਣੇ ਅੰਦਰ, ਫਿਰ ਅੰਮ੍ਰਿਤਸਰ ਅਤੇ ਮਾਨਸ ਸਰੋਵਰ, ਜਿਹਨੂੰ ਆਤਮ ਤੀਰਥ ਦਾ ਨਾਮ ਦਿੱਤਾ। ਫਿਰ ਸਾਡਾ ਮਨ ਜਦੋਂ ਉੱਥੇ ਜਾਂਦਾ, ਇਹਨੂੰ ਪਰਮਹੰਸ ਦਾ ਨਾਮ ਦਿੱਤਾ ਜਾਂਦਾ। ਅਤੇ ਉੱਥੇ ਦਾ ਫਿਰ ਇਹ ਜਾਪ ਹੈ ਸੋਹੰਗ। ਸੋਹੰਗ ਦਾ ਭਾਵ ਹੁੰਦਾ ਵੀ ਜੋ ਤੂੰ ਹੈ ਉਹੀ ਉਹ ਮੈਂ ਹਾਂ, ਦੱਸ ਤੇਰੇ ਅਤੇ ਮੇਰੇ ਵਿੱਚ ਕੀ ਅੰਤਰ ਹੈ, ਕੀ ਫਰਕ ਹੈ। ਫਿਰ ਮਹਾਰਾਜ ਕਹਿੰਦੇ ਵੀ ਕੋਈ ਫਰਕ ਨਹੀਂ, ਇਹੀਓ ਤਾਂ ਤੁਹਾਨੂੰ ਸਮਝਾ ਰਹੇ ਵੀ ਤੁਸੀਂ ਮੇਰਾ ਹੀ ਰੂਪ, ਤੁਹਾਡੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ, ਮੇਰੇ ਵਿੱਚ ਕੋਈ ਅੰਤਰ ਨਹੀਂ, ਤੁਸੀਂ ਮੇਰੇ ਬੱਚੇ, ਮੇਰਾ ਹੀ ਰੂਪ ਹੋ। ਮਹਾਰਾਜ ਇਸ ਲਈ ਫਰਮਾਉਂਦੇ, ਜੋ ਬ੍ਰਹਿਮੰਡ ਪਿੰਡ ਸੋ ਜਾਣ, ਮਾਨ ਸਰੋਵਰ ਕਰ ਇਸ਼ਨਾਨ, ਸੋ ਹੰਗ ਸੋ ਤਾਕੋ ਹੈ ਜਾਪ, ਜਾ ਕੋ ਲਿਪਤ ਨਾ ਹੋਏ ਪੁੰਨ ਔਰ ਪਾਪ। ਜਦੋਂ ਸਾਡਾ ਮਨ ਇਸ ਅਵਸਥਾ ਚਲਾ ਗਿਆ, ਫਿਰ ਇਹਨੂੰ ਪਾਪ ਪੁੰਨ ਨਹੀਂ ਲੱਗਦਾ। ਫਿਰ ਇਹਨੂੰ ਪਤਾ ਲੱਗ ਜਾਂਦਾ ਵੀ ਪਾਪ ਪੁੰਨ ਇੱਕ ਵਿਚਾਰ ਨੇ। ਫਿਰ ਇਸ ਅਵਸਥਾ ਦੇ ਵਿੱਚ ਸਾਡਾ ਮਨ ਇਹ ਦੋਵਾਂ ਤੋਂ ਹੀ, ਪਾਪਾਂ ਪੁੰਨਾਂ ਤੋਂ ਇਹ ਉੱਪਰ ਉੱਠ ਜਾਂਦਾ। ਇਹ ਜਦੋਂ ਪਹਿਚਾਣ ਕਰ ਲੈਂਦਾ, ਚੌਥੀ ਸੁੰਨਤ ਜਿਹਨੂੰ ਅਨਮਨ ਕਹਿੰਦੇ। ਮਹਾਰਾਜ ਕਹਿੰਦੇ, ਅੰਤਰ ਸੁੰਨੰਗ ਬਾਹਰ ਸੁੰਨੰਗ, ਤ੍ਰੈ ਭਵਨ ਸੁੰਨਮ ਸੁੰਨੰ, ਚੌਥੀ ਸੁਣੇ ਜੋ ਨਰ ਜਾਣੇ, ਤਾ ਕੋ ਪਾਪ ਨ ਪੁੰਨੰ।
ਵੀ ਜਿਨ੍ਹਾਂ ਨੇ ਚੌਥੀ ਸੁਣ ਜਿੱਥੇ ਪ੍ਰਕਾਸ਼ ਹੀ ਪ੍ਰਕਾਸ਼ ਉਹਨੂੰ ਜਾਣ ਲਿਆ ਅਤੇ ਉਹਨਾਂ ਨੂੰ ਪਾਪ ਪੁੰਨ ਨਹੀਂ ਲੱਗਦਾ। ਜਿਹੜੇ ਉੱਥੇ ਪਹੁੰਚ ਗਏ ਉਹ ਇਹਨਾਂ ਪਾਪਾਂ ਪੁੰਨਾਂ ਤੋਂ ਉੱਪਰ ਚਲੇ ਗਏ। ਫਿਰ ਉਹਨਾਂ ਗੁਰਮੁਖਾਂ ਨੇ ਜਿਹੜੇ ਉੱਥੇ ਗਏ ਫਿਰ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ। ਉੱਥੇ ਕੋਈ ਧਾਰਮਿਕ ਗ੍ਰੰਥ ਨਹੀਂ, ਉੱਥੇ ਕੋਈ ਵੇਦ ਨਹੀਂ ਹੈ, ਉੱਥੇ ਸ਼ਾਸਤਰ ਨਹੀਂ ਹੈ, ਉੱਥੇ ਆ ਚੰਦ ਸੂਰਜ ਨਹੀਂ ਹੈ, ਉੱਥੇ ਪ੍ਰਕਾਸ਼ ਹੀ ਪ੍ਰਕਾਸ਼ ਹੈ, ਪਰਮਾਤਮਾ ਆਪ ਹੀ। ਮਾਰੇ ਫਰਮਾਉਂਦੇ ਦਿਨਸ ਨ ਰਹਿਣ ਵੇਦ ਨਹੀਂ ਸ਼ਾਸਤਰ, ਤਹਾਂ ਵਸੇ ਨਿਰੰਕਾਰ। ਕਹੋ ਕਬੀਰ ਨਰ ਤਿਸੇ ਤੇ ਆਵੋ ਬਾਬਰਿਆ ਸੰਸਾਰਾ। ਸਾਨੂੰ ਕਹਿੰਦੇ ਵੀ ਉਹਨੂੰ ਤੇ ਆਵੋ ਪਰਮਾਤਮਾ ਨੂੰ, ਵੀ ਜਿਹਦਾ ਕੋਈ ਰੂਪ ਰੰਗ ਕੋਈ ਰੇਖ ਭੇਖ ਨਹੀਂ, ਜਿਹਦੀ ਕੋਈ ਜਾਤ ਪਾਤ ਨਹੀਂ, ਜਿਹੜਾ ਨਿਰੋਲ ਪ੍ਰਕਾਸ਼ ਹੀ ਪ੍ਰਕਾਸ਼। ਹੁਣ ਆਪਾਂ ਨੂੰ ਕਹਿੰਦੇ ਫਿਰ ਉਹਦੀ ਆਰਾਧਨਾ ਕਰੋ, ਉਹਨੂੰ ਧਿਆਨ, ਉਹਦਾ ਧਿਆਨ ਹੈ ਜਿਹੜਾ ਉਹ ਧਿਆਨ ਆਪਣੇ ਮਨ ਦੇ ਵਿੱਚ ਰੱਖੋ। ਫਰਮਾਉਂਦੇ ਧਿਆਨ ਧਰੋ ਤਹਿ ਕੋ ਮਨ ਮੇ ਜਾ ਕਉ ਤਉ ਸਭੀ ਜਗ ਛਾਇਓ। ਵੀ ਧਿਆਨ ਅਸੀਂ ਉਹਦਾ ਧਰਨਾ ਪਰਮਾਤਮਾ ਦਾ ਜਿਹਦਾ ਪ੍ਰਕਾਸ਼ ਹਰ ਥਾਂ 'ਤੇ ਛਾਇਆ, ਜਿਹੜਾ ਅੰਦਰ ਵੀ ਹੈ ਅਤੇ ਬਾਹਰ ਵੀ, ਜਿਹੜਾ ਹਰ ਥਾਂ 'ਤੇ ਮੌਜੂਦ ਹੈ। ਹੁਣ ਉਹਦਾ ਧਿਆਨ ਅਸੀਂ ਤਾਂਹੀਓ ਧਰ ਸਕਦੇ ਜੇ ਅਸੀਂ ਉਹਨੂੰ ਦੇਖਿਆ ਹੋਏਗਾ। ਜੇ ਹੁਣ ਅਸੀਂ ਉਹਨੂੰ ਦੇਖਿਆ ਹੀ ਨਹੀਂ ਤਾਂ ਫਿਰ ਅਸੀਂ ਉਹਦਾ ਧਿਆਨ ਕਿਵੇਂ ਧਰੀਏ? ਤਾਈਆਂ ਮਾਰੇ ਸਾਨੂੰ ਫਿਰ ਸਮਝਾਉਂਦੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਤੋਂ ਬਿਨਾਂ ਨਾ ਤਾਂ ਸਾਨੂੰ ਗਿਆਨ ਹੁੰਦਾ ਸੱਚ ਦਾ, ਨਾਮ ਦਾ, ਅਤੇ ਜਦ ਤੱਕ ਅਸੀਂ ਮਾਲਕ ਨੂੰ ਦੇਖਦੇ ਨਹੀਂ ਉਹਨਾਂ ਸਮਾਂ ਅਸੀਂ ਧਿਆਨ ਕਿਹਦਾ ਧਰੀਏ? ਅਸੀਂ ਧਿਆਨੀ ਨਹੀਂ ਹੋ ਸਕਦੇ। ਫਰਮਾਉਂਦੇ ਨੇ ਬਿਨ ਗੁਰ ਦੀਖਿਆ ਕੈਸੇ, ਗਿਆਨ ਬਿਨ ਭੇਖੋ ਕਹੇ ਕੈਸੇ ਧਿਆਨ। ਮਾਰੇ ਕਹਿੰਦੇ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਕਿਹੜਾ ਗਿਆਨ, ਅਤੇ ਬਿਨਾਂ ਦੇਖੇ ਪਰਮਾਤਮਾ ਤੋਂ ਕਿਹੜਾ ਧਿਆਨ। ਵੀ ਧਿਆਨ ਦਾ ਅਸੀਂ ਫੇਰ ਹੀ ਧਰ ਸਕਦੇ ਜੇ ਅਸੀਂ ਪਰਮਾਤਮਾ ਨੂੰ ਦੇਖਿਆ ਹੋਏਗਾ। ਫਿਰ ਸਾਨੂੰ ਹੁਣ ਪਰਮਾਤਮਾ ਨੂੰ ਕੌਣ ਦਿਖਾਵੇ? ਕੌਣ ਸਾਡਾ ਭਰਮ ਦਾ ਪਰਦਾ ਪਾਸੇ ਕਰੇ? ਕੌਣ ਸਾਨੂੰ ਪਹਿਚਾਣ ਕਰਾਵੇ? ਉਹ ਫਿਰ ਡਿਊਟੀ ਜਿਹੜੀ ਉਹ ਗੁਰੂ ਦੀ ਲਾਈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜਾਂ ਪਿਆਰਿਆਂ ਨੂੰ ਗਰਿਆਈ ਸੌਂਪੀ। ਪੰਜ ਪਿਆਰੇ ਜਦੋਂ ਇਕੱਠੇ ਹੁੰਦੇ ਉਹ ਗੁਰੂ ਰੂਪ ਹੁੰਦੇ। ਹੁਣ ਉਹ ਗੁਰੂ ਨੇ ਸਾਨੂੰ ਪਰਮਾਤਮਾ ਦੀ ਪਹਿਚਾਣ ਕਰਾਉਣੀ ਹੁੰਦੀ। ਗੁਰੂ ਨੇ ਸਾਡਾ ਭਰਮ ਦਾ ਪਰਦਾ ਪਾਸੇ ਕਰਨਾ ਹੁੰਦਾ ਅਤੇ ਸਾਨੂੰ ਮਾਲਕ ਦੇ ਸਨਮੁਖ ਕਰਨਾ ਹੁੰਦਾ। ਜਿਹਨੂੰ ਅਸੀਂ ਪਹਿਲਾਂ ਸੁਣਦੇ ਵੀ ਪਰਮਾਤਮਾ ਨੇੜੇ ਹੈ, ਐਸੀ ਕੋਈ ਥਾਂ ਨਹੀਂ ਜਿੱਥੇ ਨਹੀਂ ਹੈ, ਪਰ ਅਸੀਂ ਉਹਨੂੰ ਕਦੇ ਦੇਖਿਆ ਨਹੀਂ, ਅਸੀਂ ਉਹਦੇ ਕਦੇ ਦਰਸ਼ਨ ਨਹੀਂ ਕੀਤੇ, ਅਤੇ ਫਿਰ ਇਹ ਗੁਰੂ ਨੇ ਸਾਨੂੰ ਕਿਰਪਾ ਕਰਨੀ ਹੁੰਦੀ। ਮਾਰੇ ਫਰਮਾਉਂਦੇ ਨੈਗਟ ਸੁਣਿਓ ਔਰ ਪੇਖਿਓ ਨਾਹੀਂ, ਭਰਮ ਭਰਮ ਦੁੱਖ ਭਰੀਆ, ਹੋਏ ਕਿਰਪਾਲ ਗੁਰ ਲਾਇਓ ਪਾਰ ਦੋ, ਮਿਲਿਓ ਲਾਲ ਮਨ ਹਰੀਆ। ਬਈ ਗੁਰੂ ਦਿਆਲੂ ਕਿਰਪਾਲੂ ਹੋਇਆ, ਉਹਨੇ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਪਰਮਾਤਮਾ ਦੇ ਸਨਮੁਖ ਕਰ ਦਿੱਤਾ। ਇਸ ਲਈ ਇਹ ਪੂਰੇ ਗੁਰੂ ਦੀ ਨਿਸ਼ਾਨੀ, ਉਹ ਸਾਨੂੰ ਪਰਮਾਤਮਾ ਨੂੰ, ਪਾਰ ਬ੍ਰਹਮ ਵਾਹਿਗੁਰੂ ਨੂੰ ਸਭ ਤੋਂ ਨੇੜੇ ਦਿਖਾ ਦਿੱਤਾ। ਮਾਰੇ ਫਰਮਾਉਂਦੇ ਪੂਰੇ ਗੁਰ ਕਾ ਸੁਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਫਿਰ ਅਸੀਂ ਨੇੜੇ ਪਾਰ ਬ੍ਰਹਮ ਨੂੰ, ਪਰਮਾਤਮਾ ਨੂੰ ਦੇਖਦੇ, ਉਹ ਗੁਰੂ ਸਾਡਾ ਭਰਮ ਦਾ ਪਰਦਾ ਪਾਸੇ ਕਰ ਦਿੰਦੇ।
ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਫਿਰ ਅਸੀਂ ਧਿਆਨ ਧਰ ਸਕਦੇ। ਜਦੋਂ ਅਸੀਂ ਮਾਲਕ ਦੇ ਦਰਸ਼ਨ ਕਰ ਲਏ, ਭਰਮ ਦਾ ਪਰਦਾ ਪਾਸੇ ਹੋ ਗਿਆ, ਫਿਰ ਗੁਰੂ ਸਾਨੂੰ ਇਹ ਹੁਕਮ ਕਰਦੇ ਵੀ ਹੁਣ ਤੁਸੀਂ ਹਮੇਸ਼ਾ ਪਰਮਾਤਮਾ ਦੇ ਨਾਲ ਰਹਿਣਾ। ਹੁਣ ਫੇਰ ਨਾ ਵਿੱਚ ਪੜਦਾ ਆ ਜਾਵੇ, ਫੇਰ ਨਾ ਬੇਮੁਖ ਹੋ ਜਾਏ। ਇਸ ਅਵਸਥਾ 'ਚ ਮਨ ਨੂੰ ਸਮਝਾਉਂਦੇ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ। ਬਈ ਮੇਰੇ ਆ ਮਨਾ, ਹੁਣ ਤੂੰ ਨਾਲ ਹੀ ਰਹੀ, ਹੁਣ ਤੂੰ ਦੇਖੀ ਫਿਰ ਨਾ ਵਿਛੜ ਜੀ। ਹੁਣ ਤੂੰ ਸਨਮੁਖ ਹੀ ਰਹੀ, ਵਿੱਚ ਪੜਦਾ ਨਾ ਆਉਂਦੀ। ਫਿਰ ਉਸ ਅਵਸਥਾ 'ਚ ਜਦੋਂ ਆਪਾਂ ਪਰਮਾਤਮਾ ਨੂੰ ਦੇਖਦੇ ਹਾਂ, ਫਿਰ ਅਸੀਂ ਉਹਦਾ ਧਿਆਨ ਧਰਦੇ। ਜਿਵੇਂ ਆਪਾਂ ਖੁੱਲ੍ਹੀਆਂ ਅੱਖਾਂ 'ਤੇ ਕਿਸੇ ਨੂੰ ਦੇਖ ਲਿਆ, ਫਿਰ ਜਦੋਂ ਆਪਾਂ ਨੇਤਰ ਬੰਦ ਕਰਾਂਗੇ, ਆਪਾਂ ਉਹਨੂੰ ਚੇਤੇ ਕਰਾਂਗੇ, ਅਤੇ ਉਹ ਬੰਦ ਅੱਖਾਂ ਤੋਂ ਵੀ ਸਾਨੂੰ ਉਹਦੀ ਯਾਦ, ਉਹਦਾ ਜਿਹੜਾ ਚਿਹਰਾ ਉਹ ਸਾਡੇ ਸਾਹਮਣੇ ਆ ਜੇ। ਜਦੋਂ ਅਸੀਂ ਉਹਦੀ ਕੋਈ ਗੱਲ ਕਰਾਂਗੇ ਤਾਂ ਉਹਦਾ ਚਿਹਰਾ ਆਪਣੇ ਸਾਹਮਣੇ ਆ ਜਾਂਦਾ। ਜਿਵੇਂ ਹੁਣ ਆਪਾਂ ਸੰਸਾਰ ਦੇ ਵਿੱਚ ਕਿਸੇ ਦੀ ਗੱਲ ਕਰਦੇ, ਜਾਂ ਆਪਾਂ ਪਰਿਵਾਰ ਦੇ ਵਿੱਚ ਹੀ ਆਪਾਂ ਕਿਸੇ ਦੀ ਗੱਲ ਕਰਦੇ, ਜਦੋਂ ਆਪਾਂ ਕਿਸੇ ਦੀ ਗੱਲ ਕਰਦੇ, ਉਹਦਾ ਚਿਹਰਾ ਜਿਹੜਾ ਸੂਖਮਕਾਰ ਆਪਣੇ ਸਾਹਮਣੇ ਆ ਜਾਂਦਾ ਵੀ ਹਾਂ ਉਹ ਫਲਾਣਾ ਬੰਦਾ, ਕਿਉਂਕਿ ਅਸੀਂ ਉਹਨੂੰ ਦੇਖੀਏ। ਅਤੇ ਜਦੋਂ ਉਹਦੀ ਗੱਲ ਕਰਾਂਗੇ, ਉਹ ਸਾਡੇ ਸਾਹਮਣੇ ਉਹਦਾ ਚਿਹਰਾ ਆ ਜੀ। ਹੁਣ ਇਸੇ ਤਰ੍ਹਾਂ ਹੀ ਜੇ ਅਸੀਂ ਪਰਮਾਤਮਾ ਨੂੰ ਦੇਖਿਆ ਹੋਏਗਾ, ਜਦੋਂ ਉਹਦੀ ਅਸੀਂ ਗੱਲ ਵੀ ਕਰਾਂਗੇ, ਉਹ ਪਰਮਾਤਮਾ ਸਾਡੇ ਸਾਹਮਣੇ ਆ ਜੀ। ਅਤੇ ਸਾਨੂੰ ਪਤਾ ਲੱਗ ਜਾਂਦਾ ਵੀ ਆਹ ਮਾਲਕ ਦੀ ਗੱਲ ਹੋ ਰਹੀ, ਪਰਮਾਤਮਾ ਦੀ ਗੱਲ ਹੋ ਰਹੀ। ਜੇ ਅਸੀਂ ਨਾਮ ਦੀ ਗੱਲ ਕਰਾਂਗੇ ਅਤੇ ਉਹ ਨਾਮ ਨੂੰ ਆਪਾਂ ਸੁਣਿਆ, ਅਤੇ ਸਾਨੂੰ ਤਾਂ ਪਤਾ ਲੱਗ ਜਾਂਦਾ ਵੀ ਮੇਰੇ ਮਾਤਾ ਪਿਤਾ ਦੀ ਆਵਾਜ਼, ਵੀ ਉਹਦੀ ਆਵਾਜ਼ ਦੀ ਗੱਲ ਕਰਦੇ ਨੇ, ਪਰਮਾਤਮਾ ਦੀ। ਸੋ ਇਸ ਵਾਸਤੇ ਫਿਰ ਜਦੋਂ ਅਸੀਂ ਮਾਲਕ ਨੂੰ ਦੇਖ ਵੀ ਲੈਂਦੇ ਹਾਂ, ਮਾਲਕ ਦੀ ਆਵਾਜ਼ ਨੂੰ ਵੀ ਸੁਣ ਲੈਂਦੇ ਹਾਂ, ਫਿਰ ਜਦੋਂ ਸਾਡਾ ਉਹਦੇ ਨਾਲ ਪਿਆਰ ਪੈ ਜਾਂਦਾ, ਫਿਰ ਚਾਹੇ ਸਾਨੂੰ ਕੋਈ ਵੀ ਸੁਣਾਵੇ ਗੱਲ ਪਰਮਾਤਮਾ ਦੀ, ਨਾਮ ਦੀ, ਫਿਰ ਉਹ ਗੁਰਸਿੱਖਾਂ ਦੇ ਮਨ ਨੂੰ ਉਹ ਜਿਹੜੇ ਬਚਨ ਉਹ ਬੜੇ ਮਿੱਠੇ ਲੱਗਦੇ, ਉਹ ਪਿਆਰੇ ਲੱਗਦੇ। ਮੇਰੇ ਮਾਲਕ ਦੇ, ਮੇਰੇ ਪਿਆਰੇ ਦੇ ਬਚਨ। ਮਹਾਰਾਜ ਇਸ ਲਈ ਫਰਮਾਉਂਦੇ, ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਗੁਰਸਿੱਖਾਂ ਲੱਗੇ ਮਨ ਮਿੱਠਾ। ਵੀ ਜਿਹੜਾ ਗੁਰਸਿੱਖ, ਉਹਨੂੰ ਤਾਂ ਕੋਈ ਵੀ ਸੁਣਾਵੇ, ਉਹਦੇ ਮਨ ਨੂੰ ਉਹ ਮਿੱਠਾ ਲੱਗਣਾ, ਕਿਉਂਕਿ ਉਹਦਾ ਉਹਦੇ ਨਾਲ ਪਿਆਰ। ਜੇ ਹੁਣ ਸਾਡਾ ਪਿਆਰ ਨਹੀਂ, ਫਿਰ ਅਸੀਂ ਆਕਾਰ ਨੂੰ ਦੇਖਾਂਗੇ ਵੀ ਕੌਣ ਸੁਣਾਉਂਦਾ, ਫਿਰ ਅਸੀਂ ਦੁਵਿਧਾ 'ਚ ਆ ਜਾਵਾਂਗੇ ਵੀ ਇਹ ਤੋਂ ਨਹੀਂ ਸੁਣਨੀ, ਅਸੀਂ ਇਹ ਤੋਂ ਸੁਣਨੀ, ਇਹਦੀ ਨਹੀਂ ਸੁਣਨੀ, ਇਹਦੀ ਸੁਣਨੀ। ਜੇ ਹੁਣ ਅਸੀਂ ਆਕਾਰ ਨੂੰ ਨਹੀਂ, ਅਸੀਂ ਤਾਂ ਸਿਰਫ ਵਚਨ ਸੁਣਨੇ, ਵੀ ਮੇਰੇ ਪਿਆਰੇ ਦੇ ਵਚਨ, ਵੀ ਮਾਲਕ ਦੇ ਵਚਨ। ਅਤੇ ਜਿਹਦਾ ਉਹਦੇ ਨਾਲ ਪਿਆਰ ਹੈ, ਉਹਦਾ ਫਿਰ ਉਹਨੂੰ ਕੋਈ ਵੀ ਸੁਣਾਵੇ ਅਤੇ ਉਹੀਓ ਵਚਨ ਮਿੱਠੇ ਲੱਗਦੇ, ਪਿਆਰੇ ਲੱਗਦੇ। ਸੋ ਜੇ ਹੁਣ ਸਾਨੂੰ ਕਿਸੇ ਦੇ ਵਚਨ ਨਹੀਂ ਮਿੱਠੇ ਲੱਗਦੇ, ਨਹੀਂ ਪਿਆਰੇ ਲੱਗਦੇ, ਉਹ ਕਮੀ ਕਿਸੇ ਹੋਰ ਦੇ ਵਿੱਚ ਨਹੀਂ, ਸਾਡੇ ਅੰਦਰ ਕਮੀ। ਸਾਡਾ ਜਿਹੜਾ ਮਨ ਹੈ ਉਹ ਦੁਵਿਧਾ ਦੇ ਵਿੱਚ, ਦੁਵਿਧਾ ਵਿੱਚ ਹੋਣ ਕਰਕੇ ਸਾਨੂੰ ਉਹ ਵਚਨ ਚੰਗੇ ਨਹੀਂ ਲੱਗਦੇ, ਕਿਉਂਕਿ ਉਹ ਅੰਦਰ ਦੁਵਿਧਾ ਸਾਡੇ ਮੂਹਰੇ ਆ ਜਾਂਦੀ। ਜੇ ਹੁਣ ਸਾਡੇ ਅੰਦਰ ਦੁਵਿਧਾ ਨਹੀਂ ਹੋਏਗੀ, ਫਿਰ ਤਾਂ ਸਾਨੂੰ ਉਹ ਵਚਨ ਪਿਆਰੇ ਹੀ ਲੱਗਣੇ, ਕਿਉਂਕਿ ਕੋਈ ਵੀ ਸੁਣਾਵੇ, ਪਰ ਸੁਣਾਵੇ ਨਾਮ ਦੀ, ਸੁਣਾਵੇ ਪਰਮਾਤਮਾ ਦੀ, ਇਹ ਨਹੀਂ ਵੀ ਦੁਵਿਧਾ ਦੀ ਸੁਣਾਵੇ।
ਇਹ ਨਹੀਂ ਵੀ ਵੈਰ ਵਿਰੋਧ ਦੀ ਸੁਣਾਵੇ, ਕੋਈ ਸੰਸਾਰ ਦੀ ਸੁਣਾਵੇ, ਸੁਣਾਵੇ ਮਾਲਕ ਦੀ, ਪਰ ਸੁਣਾਵੇ ਕੋਈ ਵੀ ਸੁਣਾਵੇ। ਉਹ ਫਿਰ ਜਿਹੜਾ ਗੁਰਸਿੱਖ ਉਹਦੇ ਮਨ ਨੂੰ ਉਹ ਵਚਨ ਉਹ ਪਿਆਰੇ ਲੱਗਦੇ, ਉਹ ਮਿੱਠੇ ਲੱਗਦੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਜੇ ਕਿਤੇ ਸਾਡਾ ਮਨ ਵੀ ਗੁਰਸਿੱਖ ਬਣ ਜੇ, ਵੀ ਆਪਣੇ ਮਨ ਦੀ ਵੀ ਐਸੀ ਅਵਸਥਾ ਹੋ ਜੇ ਵੀ ਸਾਨੂੰ ਵੀ ਉਹ ਵਚਨ ਪਿਆਰੇ ਲੱਗਣ ਲੱਗ ਜਾਣ, ਮਿੱਠੇ ਲੱਗਣ ਲੱਗ ਜਾਣ, ਤਾਂ ਅੱਗੇ ਸਾਡੇ ਅੰਦਰੋਂ ਵੀ ਦੁਵਿਧਾ ਜਿਹੜੀ ਇਹ ਖਤਮ ਹੋ ਜੇ ਅਤੇ ਆਪਣੇ ਹਿਰਦੇ ਵਿੱਚ ਵੀ ਪਿਆਰ ਹੀ ਪਿਆਰ ਹੋਵੇ। ਉਦੋਂ ਤਾਂ ਹੀ ਹੋਏਗਾ ਫਿਰ ਜੇ ਅਸੀਂ ਸਤਿਗੁਰਾਂ ਦਾ ਕਹਿਣਾ ਮੰਨਾਂਗੇ, ਜੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਜੇ ਅਸੀਂ ਗੁਰੂ ਦੀ ਸ਼ਰਨ 'ਚ ਜਾਵਾਂਗੇ, ਗੁਰੂ ਵਾਲੇ ਬਣਾਂਗੇ, ਮਾਲਕ ਦੇ ਸਨਮੁਖ ਹੋਵਾਂਗੇ, ਟੁੱਟੀ ਹੋਈ ਸਾਡੀ ਸ਼ਬਦ ਦੇ ਨਾਲ ਗੰਢੀ ਜਾਏਗੀ, ਫਿਰ ਹੀ ਅਸੀਂ ਆਪਦੇ ਜੀਵਨ ਦਾ ਜਿਹੜਾ ਲਾਹਾ ਉਹ ਅਸੀਂ ਲਾਹਾ ਕੱਟ ਸਕਦੇ। ਇਹ ਇਸੇ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਗੁਰੂ ਦੀ ਸ਼ਰਨ 'ਚ ਜਾਓ, ਗੁਰੂ ਵਾਲੇ ਬਣੋ। ਹੁਣ ਗੁਰੂ ਵੀ ਅਸੀਂ ਕਿਹੜਾ ਕਰੀਏ, ਉਹਦੀ ਸਾਨੂੰ ਪਹਿਚਾਣ ਦੱਸੀ ਗੁਰਬਾਣੀ ਗੁਰੂ ਵਿੱਚ, ਵੀ ਤੁਸੀਂ ਗੁਰੂ ਵਾਲੇ ਬਣਨਾ, ਤੁਸੀਂ ਉਹ ਗੁਰੂ ਕਰਿਓ ਜਿਹੜਾ ਤੁਹਾਨੂੰ ਸੱਚ ਦੇ ਸਨਮੁਖ ਕਰ ਦੇਵੇ ਪਰਮਾਤਮਾ ਜੀ, ਜਿਹੜਾ ਤੁਹਾਡੀ ਟੁੱਟੀ ਹੋਈ ਨਾਮ ਦੇ ਨਾਲ ਗੰਢ ਦੇਵੇ, ਜਿਹੜਾ ਤੁਹਾਨੂੰ ਸੱਚ ਤੇ ਨਾਮ ਨੂੰ ਦ੍ਰਿੜ ਕਰਾਵੇ, ਉਹ ਗੁਰੂ ਕਰੇ। ਮਾਰੇ ਫਰਮਾਉਂਦੇ ਸੋ ਗੁਰ ਕਰੋ ਜੋ ਸਾਚ ਦ੍ਰਿੜਾਵੇ, ਕਥ ਕਥਾਵੇ ਗੁਰ ਸ਼ਬਦ ਮਿਲਾਵੇ, ਵੀ ਉਹ ਗੁਰੂ ਕਰਨਾ, ਵੀ ਤਾਂ ਕਿ ਸਾਨੂੰ ਵਾਰ-ਵਾਰ ਫਿਰ ਹੋਰ ਨਾ ਗੁਰੂ ਕਰਨ ਦੀ ਲੋੜ ਪਵੇ। ਮਹਾਰਾਜ ਕਹਿੰਦੇ ਸੋ ਗੁਰ ਕਰੋ ਜੋ ਬੌਰ ਨਾ ਕਰਨ, ਵੀ ਉਹੀਓ ਗੁਰੂ ਕਰਿਓ ਜਿਹੜਾ ਦੁਬਾਰਾ ਸਾਨੂੰ ਕਰਨ ਦੀ ਲੋੜ ਨਾ ਪਵੇ, ਤਾਂ ਕਿ ਅਸੀਂ ਜੀਵਨ ਮੁਕਤ ਹੋ ਜਾਈਏ, ਅਸੀਂ ਸਦਾ ਵਾਸਤੇ ਅਮਰ ਹੋ ਜਾਈਏ। ਉਹ ਗੁਰੂ ਕਰੋ। ਹੁਣ ਜੇ ਅਸੀਂ ਗੁਰੂ ਵਾਲੇ ਬਣ ਵੀ ਗਏ ਹਾਂ ਅਤੇ ਗੁਰੂ ਆਪ ਅਧੂਰਾ, ਗੁਰੂ ਆਪ ਕੱਚਾ, ਗੁਰੂ ਆਪ ਜੇ ਅੰਨਾ ਹੈ, ਉਹ ਅੰਨੇ ਗੁਰੂ ਤੋਂ ਸਾਡਾ ਭਰਮ ਨਹੀਂ ਜਾ ਸਕਦਾ, ਕਿਉਂਕਿ ਉਹ ਅੰਨੇ ਨੂੰ ਨਾ ਦਾ ਪਰਮਾਤਮਾ ਦਿਸਦਾ, ਨਾ ਉਹਨੇ ਆਪਾਂ ਨੂੰ ਦਿਖਾਏ। ਉਹ ਬੋਲਾ ਹੈ, ਬੋਲੇ ਨੂੰ ਨਾ ਤਾਂ ਆਪ ਮਾਲਕ ਦੀ ਆਵਾਜ਼ ਸੁਣਦੀ, ਨਾ ਉਹਨੇ ਆਪਾਂ ਨੂੰ ਸੁਣਾਈ। ਫਿਰ ਇਸ ਲਈ ਮਹਾਰਾਜ ਫਰਮਾਉਂਦੇ ਅੰਧੇ ਗੁਰੂ ਤੇ ਭਰਮ ਨਾ ਜਾਈ, ਮੂਲ ਛੋੜ ਲਾਗੇ ਦੂਜੇ ਭਾਈ, ਬਿਖ ਕਾ ਮਾਤਾ ਬਿਖ ਮਾਹੇ ਸਮਾਈ। ਵੀ ਐਸਾ ਜਿਹੜਾ ਅੰਨਾ ਗੁਰੂ, ਉਹ ਤੋਂ ਸਾਡਾ ਭਰਮ ਨਹੀਂ ਜਾ ਸਕਦਾ, ਉਹ ਆਪ ਗੰਦਗੀ 'ਚ ਜਾਏਗਾ ਅਤੇ ਜੇ ਅਸੀਂ ਉਹਦੇ ਸਹਾਰੇ ਰਹਾਂਗੇ, ਅਸੀਂ ਵੀ ਉੱਥੇ ਹੀ ਚਲੇ ਜਾਵਾਂਗੇ। ਸੋ ਤਾਂ ਕਰਕੇ ਫਿਰ ਸਤਿਗੁਰਾਂ ਨੇ ਬੜੇ ਸਖਤ ਵਚਨ ਆਖੇ ਐਸੇ ਜੀਵਾਂ ਵਾਸਤੇ, ਵੀ ਕੋਈ ਜਣਾ ਖਣਾ ਗੁਰੂ ਦੀ ਪਦਵੀ 'ਤੇ ਨਾ ਲੱਗ ਜੇ ਉੱਠ ਕੇ। ਮਹਾਰਾਜ ਕਹਿੰਦੇ ਜਿਹੜੇ ਗੁਰੂ ਤੋਂ ਸਾਡੇ ਮਨ ਦਾ ਭਰਮ ਹੀ ਨਹੀਂ ਖਤਮ ਹੋਇਆ, ਐਸੇ ਗੁਰੂ ਦੀ ਮਾਂ ਦਾ ਸਿਰ ਮੁੰਨ ਸੀ, ਬਹੁਤ ਵੱਡੀ ਲਾਹਨਤ ਪਾਈ ਮਹਾਰਾਜ। ਫਰਮਾਉਂਦੇ ਕਬੀਰ ਮਾਏ ਮੁੰਡੋ ਤੇ ਗੁਰੂ ਕੀ, ਜਿਆਦੇ ਭਰਮ ਨਾ ਜਾਏ, ਉਹ ਆਪ ਡੁੱਬੇ ਚੌਵੇਦ ਮੇ ਚੇਲੇ ਦੀਏ ਬਹਾਏ। ਵੀ ਉਹ ਆਪ ਵੀ ਡੁੱਬ ਗਏ ਅਤੇ ਜਿਹੜੇ ਚੇਲੇ ਸੀ ਉਹ ਵੀ ਡੁੱਬ ਗਏ। ਇਸ ਵਾਸਤੇ ਫਿਰ ਆਪਾਂ ਨੂੰ ਸਤਿਗੁਰਾਂ ਨੇ ਪਹਿਚਾਣ ਕਰਾਈ ਵੀ ਗੁਰੂ ਹੈ ਜਿਹੜਾ ਉਹ ਇੱਦਾਂ ਦਾ ਹੋਣਾ ਚਾਹੀਦਾ, ਜਿਹੜਾ ਸਾਡਾ ਭਰਮ ਦਾ ਪਰਦਾ ਪਾਸੇ ਕਰਕੇ ਸਾਨੂੰ ਪਰਮਾਤਮਾ ਦੇ ਸਨਮੁਖ ਕਰ ਦੇਵੇ, ਸਾਡੀ ਟੁੱਟੀ ਹੋਈ ਸ਼ਬਦ ਗੁਰੂ ਨਾਮ ਦੇ ਨਾਲ ਗੰਢ ਦੇਵੇ, ਸਾਡੇ ਮਨ ਦੀ ਜੋਤ ਪ੍ਰਗਟ ਕਰ ਦੇਵੇ, ਅਤੇ ਉਹ ਗੁਰੂ ਕਰਨਾ।
इस वास्ते फिर गुरु अर्जन देव जी महाराज दसदे भी एक अचरज हैरान कर देने वाली गल कहते भी जदों असीं गुरु की शरण च गए गुरु रामदास जी पास उन्होंने भरम का पड़दा पासे करके परमात्मा दे सन्मुख कर दिती। फिर वो कहते भी जदों असीं देखिए भी तो सब दे विच ही उहिओ ब्रह्म ही ब्रह्म है परमात्मा ही परमात्मा। फिर वो कहते भी जिहड़ी साडे अंदर पराई ताकत सी जिहड़ी ईरखा सी दुविधा सी वो सब खत्म हो गई। मारे फरमाउंदे अचरज एक सुनोरे भाई गुर ऐसी बूझ बजाई ला पड़दा ठाकर जो भेटियो तो विसरी तात पराई। भी एक कहते अचरज कर देण वाली गल साडे नाल होई भी जदों गुरु ने साडा पड़दा पासे कीता तो जिहड़ी पराई तात सी सब खत्म हो गई। सो इहो हुण आपां नूं सच्चे पातशाह समझाउंदे भी जे अपना भी ये भरम का पड़दा पासे हो जे एक कूड़ की पाल जिहड़ी है टुट जे फिर अपने अंदरों भी ये पराई तात खत्म हो जे तो आपां नूं भी सारे मालक का रूप ही नज़र आउण। जो मारे फरमाउंदे विसर गई सब तात पराई जब ते साध संगत मोहे पाई। ना को बैरी ना ही बगाना सगल संग हमको बनाई। भी फिर तो ना कोई बगाना ते ना कोई वैरी कोई फिर अपना वैरी नहीं रहिंदा किसी नाल साडा वैर नहीं रहिंदा। फिर तो आपां नूं सारे मालक का ही रूप नज़र आउंदा। सो इस वास्ते आपां नूं फिर महाराज समझाउंदे भी ये अवस्था साडे मन की तां ही बननी जे हुण साडा मन शुद्ध होएगा। जे साडा मन मैला है मैले मन नूं फिर मालक नहीं नज़र आउंदा। सो इस वास्ते कहंदे हुण मन नूं धो मन नूं शुद्ध करो ते मन नूं धोण वास्ते हुण सिमरन ज्यों-ज्यों आपां ही अभ्यास करांगे साडा मन निर्मल होएगा साडा मन धोता जाएगा। जदों ये धोता गया निर्मल हो गया फिर निर्मल मन ही मालक नूं मिल सकदा। मारे फरमाउंदे मेरा प्रभ सदा निर्मला मन निर्मल पाया जाए। भी मालक निर्मल है तो उन्होंने निर्मल मन ही मिल सकता। आओ हुण किवें साडे मन ने निर्मल होना उहदे वास्ते जो सतगुरु आपां नूं सास गिरा सिमरन अभ्यास दस रहे ने। आओ सारे गुरमुख प्यारे करो जी शुरू। वाहे गुरु 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 वाहे गुरु
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਇਹ ਅਭਿਆਸ ਕਰਦੇ ਹਾਂ ਫਿਰ ਆਪਣਾ ਜਿਹੜਾ ਮਨ ਹੈ ਇਹ ਧੋਤਾ ਜਾਂਦਾ ਹੈ, ਸ਼ੁੱਧ ਹੁੰਦਾ। ਨਾਲ ਨਾਲ ਸਤ ਸੰਗਤ ਕਰਦੇ, ਸਤ ਸੰਗਤ ਕਰਕੇ ਸਾਡਾ ਮਨ ਨਿਰਮਲ ਹੁੰਦਾ। ਮਾਰੇ ਫਰਮਾਉਂਦੇ ਸਾਧ ਸੰਗਤ ਹੋਏ ਨਿਰਮਲਾ, ਵੀ ਸਾਧ ਸੰਗਤ ਕਰਕੇ ਇਹਨੇ ਨਿਰਮਲ ਹੋਣਾ, ਇਹਦੀ ਮੈਲ ਉਤਰ। ਜਦੋਂ ਸਾਡਾ ਮਨ ਬਿਲਕੁਲ ਸ਼ੁੱਧ ਹੋ ਗਿਆ, ਨਿਰਮਲ ਹੋ ਗਿਆ, ਫਿਰ ਇਹਨੂੰ ਆਪਣੇ ਆਪੇ ਦੀ ਪਹਿਚਾਣ ਆ ਜਾਂਦੀ। ਜਦੋਂ ਸਾਨੂੰ ਆਪਣੇ ਆਪੇ ਦੀ ਪਹਿਚਾਣ ਆ ਗਈ ਫਿਰ ਸਾਡੇ ਮਨ ਨੂੰ ਭੇਦ ਖੁੱਲ੍ਹਦਾ ਵੀ ਜਿਹਨੂੰ ਲੱਭ ਰਿਹਾ ਸੀ ਪਰਮਾਤਮਾ ਨੂੰ, ਇਹ ਤਾਂ ਉਹ ਆਪ ਹੀ, ਵੀ ਜਿਹਨੂੰ ਖੋਜ ਰਹੀ ਸੀ ਉਹ ਤਾਂ ਉਹ ਆਪ ਹੀ ਨਿਕਲੇ। ਕਿਉਂਕਿ ਜਦ ਤੱਕ ਮੈਲਾ ਸੀ, ਭੇਦ ਨਹੀਂ ਸੀ, ਸੋਝੀ ਨਹੀਂ ਸੀ। ਜਦੋਂ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਨਿਰਮਲ ਹੋ ਗਿਆ ਤੇ ਪਤਾ ਲੱਗਿਆ ਵੀ ਇਹ ਤਾਂ ਆਪ ਹੀ। ਆਈਆਂ ਬਾਬਾ ਕਬੀਰ ਜੀ ਕਹਿੰਦੇ ਵੀ ਜਿਹਨੂੰ ਲੱਭ ਰਹੇ ਸੀ ਵੀ ਉਹ ਤਾਂ ਕਬੀਰ ਆਪ ਹੀ ਨਿਕਲੇ, ਵੀ ਉਹ ਤਾਂ ਆਪ ਹੀ ਸੀ ਉਹ। ਸੋ ਇਸ ਵਾਸਤੇ ਹੁਣ ਆਪਾਂ ਨੂੰ ਤਾਂਹੀਓ ਸਮਝਾਉਂਦੇ ਵੀ ਇਹ ਮੇਰਾ ਆਪਣਾ ਖੇਲ ਨਿਰੰਕਾਰ ਆਕਾਰ ਹੈ ਆਪੇ, ਵੀ ਮੈਂ ਆਪ ਹੀ ਇਹ ਨਿਰੰਕਾਰ ਤੋਂ ਆਪਣਾ ਆਕਾਰ ਪ੍ਰਗਟ ਕੀਤਾ ਅਤੇ ਮੈਂ ਆਪ ਹੀ ਖੇਲ ਰਿਹਾ, ਸਾਰਾ ਮੇਰਾ ਆਪਣਾ ਹੀ ਖੇਲ। ਤੁਸੀਂ ਵੈਰ ਵਿਰੋਧ 'ਚ ਨਾ ਜਾਓ, ਤੁਸੀਂ ਈਰਖਾ ਨਫ਼ਰਤ 'ਚ ਨਾ ਜਾਓ, ਕਿਉਂਕਿ ਇਹ ਸਾਰਾ ਮੇਰਾ ਆਪਣਾ ਖੇਲ ਹੈ ਅਤੇ ਮੈਂ ਆਪ ਹੀ ਖੇਲ ਰਿਹਾ। ਸੋ ਇਸ ਵਾਸਤੇ ਗੁਰਮੁਖ ਪਿਆਰਿਓ ਹੁਣ ਇਹ ਖੇਲ ਨੂੰ ਸਮਝਣ ਵਾਸਤੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਇਹ ਜੋ ਸਾਰਾ ਖੇਲ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਸਮਝਾਇਆ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਹ ਉਸੇ ਗਿਆਨ ਨੂੰ ਹੀ ਆਪਾਂ ਰੋਜ਼ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਜੋ ਇਹ ਖੇਲ ਹੈ ਮਾਲਕ ਦਾ, ਸਾਨੂੰ ਇਸ ਖੇਲ ਦਾ ਚੰਗੀ ਤਰ੍ਹਾਂ ਭੇਦ ਆ ਜੇ, ਸਾਨੂੰ ਸੋਝੀ ਆ ਜੇ, ਸਾਡਾ ਮਨ ਮੰਨ ਲਵੇ, ਤਾਂ ਕਿ ਇਹ ਆਪਦੇ ਜੀਵਨ ਦਾ ਲਾਹਾ ਕੱਢ ਸਕੇ। ਸੋ ਇੰਨੀਆਂ ਬੇਨਤੀਆਂ ਨੇ। ਇਹ ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।